ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਾਂ ਦੀ, ਨੂਰ ਅਰਸੋਂ ਕੁਰਸੋਂ ਝਟੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹੰਦ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ, ਇਕ ਓੰਕਾਰ। ਸਤਿਗੁਰ ਪ੍ਰਸਾਦ, ਮੇਰੇ ਹੀਅਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਹੀਅਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਾਰਣ ਸਾਧ ਪਗ ਸੇਵੇ
ਤਿਨ ਸਫਲਿਓ ਜਨਮ ਸਨਾਥਾ ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੇਵ ਜੀ ਸਿੰਘਾਸਨ ਤੇ ਬਿਰਾਜਮਾਨ ਹੋਏ ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਨੇ ਜੋ ਪਹਿਲਾ ਬਚਨ ਕਿਹਾ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਬੋਲੇ, ਸਿੱਖਾਂ ਨੇ ਸੁਣਿਆ। ਅਗਲਾ ਕਰਮ ਹੈ ਮੰਨਣ ਦਾ। ਸੋ ਸਤਿਗੁਰੂ ਜੀ ਸਿੰਘਾਸਨ ਤੇ ਆਏ, ਸਤਿਗੁਰੂ ਜੀ ਬੋਲੇ, ਅਸੀਂ ਸਾਰਿਆਂ ਨੇ ਸੁਣਿਆ। ਥੋੜਾ ਜਿਹਾ ਯਤਨ ਕਰੀਏ, ਜਿੰਨੀ ਕੁ ਬੁੱਧੀ ਸਾਹਿਬ ਦਿੰਦੇ ਹੈ। ਜ਼ਰੂਰੀ ਨਹੀਂ ਕਿ ਬੋਲਣ ਵਾਲੇ ਨੂੰ ਜ਼ਿਆਦਾ ਦਿੱਤੀ ਹੈ, ਸੁਣਨ ਵਾਲੇ ਕੋਲ ਵੀ ਕਈ ਵਾਰੀ ਬਹੁਤ ਜ਼ਿਆਦਾ ਹੁੰਦੀ ਹੈ। ਜੋ ਜਿੰਨੀ ਸਾਨੂੰ ਸਾਹਿਬ ਸੋਝੀ ਦਿੰਦੇ, ਵਿਵੇਕ ਬਖਸ਼ਦੇ, ਸਮਝਣ ਦਾ ਯਤਨ ਕਰੀਏ ਤਾਂ ਕਿ ਅਸੀਂ ਸਾਰਾ ਦਿਨ ਕਮਾ ਸਕੀਏ, ਸਾਰਾ ਜੀਵਨ ਕਮਾ ਸਕੀਏ। ਆਪ ਜੀ ਨੇ ਸ਼ਬਦ ਸਰਵਣ ਕੀਤਾ ਭਾਈ ਸਾਹਿਬ ਜੀ ਹੋਰਾਂ ਕੋਲੋਂ, ਔਰ ਬੜੇ ਰਸ ਵਿੱਚ, ਬੜੇ ਪਿਆਰ ਵਿੱਚ ਗੁਰਮੁਖਾਂ ਨੇ ਸ਼ਬਦ ਨੂੰ ਪੜ੍ਹਿਆ। ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਦੋ ਅੱਖਰ, ਦੋਨਾਂ ਪੰਕਤੀਆਂ ਦਾ ਬੰਦ ਹੈ ਨਾ, ਦੋ ਪੰਕਤੀਆਂ ਦਾ ਇੱਕ ਬੰਦ ਹੈ, ਤੇ ਦੋਨਾਂ ਪੰਕਤੀਆਂ ਵਿੱਚ ਦੋ ਅੱਖਰ ਆਏ ਪੰਕਤੀ ਦੇ ਸਿਖਰ ਤੇ ਅੰਤ ਦੇ ਉੱਤੇ। ਇੱਕ ਬਚਨ ਆਇਆ ਅਰਥਾ, ਦੂਜਾ ਬਚਨ ਆਇਆ ਬਿਰਥਾ। ਅਰਥ ਤੇ ਬੇਅਰਥ, ਇਹਨੂੰ ਥੋੜਾ ਜਿਹਾ ਸਮਝ ਲਈਏ ਜੀ। ਵੈਸੇ ਵਿਦਵਾਨਾਂ ਦੇ ਅਰਥ ਕੀਤੇ ਹੋਏ ਪੜ੍ਹਦੇ ਹਾਂ ਤੇ ਉਹਨਾਂ ਨੇ ਅਰਥ ਕੀਤੇ ਹੈ, ਇਹਦਾ ਸਾਨੂੰ ਮਤਲਬ ਦੱਸਿਆ ਕਿ ਅਰਥ ਤੋਂ ਭਾਵ ਹੈ ਦੌਲਤ, ਬੇਅਰਥ ਤੋਂ ਭਾਵ ਹੈ ਫੋਕਟ। ਅਰਥ ਵਿੱਚ ਸਿਰਫ ਪੈਸਾ ਨਹੀਂ ਆਉਂਦਾ ਸਾਧ ਸੰਗਤ। ਅਰਥ ਦਾ ਮੂਲ ਰੂਪ ਜੇ ਸਮਝਣਾ ਹੋਏ, ਜਿੰਨੀ ਕੁ ਮੱਤ ਦਿੰਦੇ ਮਹਾਰਾਜ, ਕਿ ਕਿਸੇ ਲੇਖੇ, ਅਸੀਂ ਕਹਿੰਦੇ ਨੇ ਜੀ ਸਾਰਾ ਦਿਨ ਕਿਸ ਅਰਥ ਲਾਏ, ਜਾਂ ਇੰਨੇ ਪੈਸੇ ਕਿਸ ਅਰਥ ਲਾ ਦਿੱਤੇ। ਸਮਾਂ ਵੀ ਬੜਾ ਵੱਡਾ ਸਰਮਾਇਆ, ਇਕੱਲਾ ਪੈਸਾ ਹੀ ਨਹੀਂ ਸਰਮਾਇਆ। ਤੇ ਜਦੋਂ ਕੋਈ ਜ਼ਿੰਦਗੀ ਦਾ ਅਤ ਅਮੋਲਕ ਸਰਮਾਇਆ ਵੇਸਟ ਕਰਕੇ ਆਉਂਦਾ ਤੇ ਸਿਆਣਾ ਕਹਿੰਦਾ ਵੀ ਸਮਾਂ ਕਿਸ ਅਰਥ ਲਾਏ। ਹੁਣ ਇੱਥੇ ਸਮੇਂ ਦੀ ਤੁਲਨਾ ਪੈਸੇ ਨਾਲ ਨਹੀਂ ਹੈ, ਮਤਲਬ ਕਿਸੇ ਅਮੋਲਕ ਖਜ਼ਾਨੇ ਦੀ ਗੱਲ ਹੋ ਰਹੀ ਹੈ ਵੀ ਕੁਝ ਅਸੀਂ ਗਵਾਇਆ ਹੈ। ਬੇਅਰਥ ਤੇ ਅਰਥ ਇਹਨੂੰ ਸਮਝ ਲਈਏ। ਪੰਕਤੀ ਹੈ ਮੇਰੇ ਮਨ। ਹੁਣ ਪਹਿਲੀ ਤੇ ਇੱਥੇ ਗੱਲ ਅੜ ਗਈ ਜੀ।
ਸਾਡਾ ਸਾਰਾ ਗਿਆਨ ਤੇਰੇ ਵਾਸਤੇ ਹੈ, ਮੇਰੇ ਵਾਸਤੇ ਨਹੀਂ ਹੈ। ਅੱਜ ਅਸੀਂ ਜੇ ਸਿਆਣੇ ਦੀ ਪਰਿਭਾਸ਼ਾ ਨੀਅਤ ਕਰਨੀ ਹੋਵੇ ਤੇ ਸਿਆਣਾ ਕੌਣ ਹੈ? ਜਿਹੜਾ ਦੂਜਿਆਂ ਦੀਆਂ ਜ਼ਿਆਦਾ ਗਲਤੀਆਂ ਕੱਢਦਾ। ਜਿਨੇ ਪੇਂਟਿੰਗ ਬਣਾਈ ਹੈ ਉਹਦੇ ਤੇ ਆ ਕੇ ਆਲੋਚਨਾ ਹੁੰਦੀ ਹੈ, ਪੁਸਤਕ ਲਿਖੀ ਹੈ ਆਲੋਚਨਾ ਹੁੰਦੀ ਹੈ, ਵਿਸ਼ਲੇਸ਼ਣ ਹੁੰਦਾ ਹੈ। ਕੁਝ ਮਨੁੱਖ ਇਸ ਨੀਅਤ ਨਾਲ ਆਏ ਹੁੰਦੇ ਆ ਕਿ ਉਹ ਸੁਧਾਰ ਵਾਸਤੇ ਸੋਝੀ ਨਹੀਂ ਦੇ ਰਹੇ ਹੁੰਦੇ, ਗਲਤੀ ਦਾ ਅਹਿਸਾਸ ਨਹੀਂ ਕਰਵਾ ਰਹੇ ਹੁੰਦੇ, ਆਪਣੀ ਸਿਆਣਪ ਦੱਸਣ ਵਾਸਤੇ ਗਲਤੀ ਦਾ ਅਹਿਸਾਸ ਕਰਵਾ ਰਹੇ ਹੁੰਦੇ ਆ। ਤੋ ਸਾਡੀ ਪਰਿਭਾਸ਼ਾ ਦੇ ਅਨੁਸਾਰ ਸਿਆਣਾ ਉਹ ਜਿਹੜਾ ਦੂਜੇ ਦੀਆਂ ਗਲਤੀਆਂ ਜ਼ਿਆਦਾ ਕੱਢੇ। ਇੱਕ ਕਹਾਵਤ ਸੁਣੀ ਹੈ ਨਾ ਜੀ, ਵੀ ਕਿਸੇ ਨੇ ਅਤ ਸੁੰਦਰ ਚਿੱਤਰ ਬਣਾਇਆ, ਚੁਰਾਹੇ ਵਿੱਚ ਲਗਾ ਕੇ ਤੇ ਉਹਨੇ ਰਾਏ ਮੰਗੀ। ਉਹ ਤੇ ਚਲੋ ਚੰਗਾ ਸੀ ਜਿਹਨੇ ਰਾਏ ਮੰਗੀ, ਤੇ ਬਿਨਾਂ ਮੰਗਣ ਤੋਂ ਵੀ ਰਾਏ ਦਿੱਤੀਆਂ ਜਾਂਦੀਆਂ। ਰਾਏ ਮੰਗਣ ਵਾਲੇ ਨੇ ਕਿਹਾ ਵੀ ਜਿੱਥੇ ਗਲਤੀ ਨਜ਼ਰ ਆਵੇ ਉੱਥੇ ਨਿਸ਼ਾਨੀ ਲਾ ਦਿਓ, ਟਿਕ ਕਰ ਦਿਓ। ਤੇ ਉਹ ਕਹਾਵਤ ਸੁਣੀ ਅਸੀਂ ਬਚਪਨ ਤੋਂ, ਵੀ ਜਦੋਂ ਸ਼ਾਮ ਨੂੰ ਜਾ ਕੇ ਉਸ ਚਿੱਤਰਕਾਰ ਨੇ ਚਿੱਤਰ ਨੂੰ ਵੇਖਿਆ ਤੇ ਸਾਰਾ ਚਿੱਤਰ ਨਿਸ਼ਾਨੀਆਂ ਨਾਲ ਭਰਿਆ ਹੋਇਆ ਸੀ। ਇੱਥੋਂ ਅੱਖ ਨਹੀਂ ਚੰਗੀ ਬਣੀ, ਇੱਥੋਂ ਨੱਕ ਨਹੀਂ ਚੰਗਾ ਬਣਿਆ, ਇੱਥੋਂ ਸਿਰ ਨਹੀਂ ਚੰਗਾ ਬਣਿਆ, ਜੋ ਜੋ ਵੀ ਕਿਸੇ ਨੂੰ ਲੱਗਿਆ, ਜਿਸ ਜਿਸ ਐਂਗਲ ਤੋਂ ਕਿਸੇ ਨੇ ਤੱਕਿਆ। ਉਸ ਮਨੁੱਖ ਨੂੰ ਇਦਾਂ ਲੱਗਿਆ ਕਿ ਮੈਂ ਮੂਲੋਂ ਹੀ ਗਲਤ ਹਾਂ, ਮੈਨੂੰ ਚਿੱਤਰਕਾਰੀ ਦਾ ਇਲਮ ਹੀ ਨਹੀਂ ਹੈ, ਮੇਰਾ ਤੇ ਸਾਰਾ ਹੀ ਚਿੱਤਰ ਗਲਤ ਹੋਇਆ। ਮਾਯੂਸ ਵੀ ਹੋ ਗਿਆ। ਵੇਖੋ, ਸ਼ਾਬਾਸ਼ ਚੰਗੇ ਗੁਣਾਂ ਦੀ ਮਾਂ ਹੁੰਦੀ ਹੈ, ਪਰ ਜੇ ਤੁਸੀਂ ਕਿਸੇ ਕਿਰਿਆਸ਼ੀਲ ਬੰਦੇ ਨੂੰ ਸ਼ਾਬਾਸ਼ ਦੇਣ ਦੀ ਬਜਾਏ ਆਲੋਚਨਾਤਮਕ ਪੱਖ ਚੰਗਾ ਹੈ, ਉਹ ਸਾਰੂ ਹੁੰਦਾ ਹੈ, ਪਰ ਜੇ ਸੁਹਿਰਦ ਸੋਚ ਨਾਲ ਕੀਤੀ ਜਾਵੇ ਆਲੋਚਨਾ, ਪਰ ਜੇ ਤੁਸੀਂ ਨਕਾਰਾਤਮਕ ਹੀ ਲੈ ਜਾਓ, ਉਹਨੂੰ ਨੈਗੇਟਿਵ ਹੀ ਲੈ ਜਾਓ, ਤੇ ਬੰਦਾ ਮਾਯੂਸ ਹੋ ਜਾਂਦਾ ਜੀ, ਟੁੱਟ ਜਾਂਦਾ। ਚੰਗੇ ਕੰਮ ਦਾ ਥਾਪੜਾ ਵੀ ਦਿਆ ਕਰੋ ਆਪਣੇ ਬੱਚਿਆਂ ਨੂੰ, ਆਪਣੇ ਤੋਂ ਛੋਟਿਆਂ ਨੂੰ, ਕਿਸੇ ਨੂੰ ਵੀ ਸ਼ਾਬਾਸ਼, ਇਹ ਚੰਗਾ ਕੰਮ ਹੈ। ਚੰਗੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਭੰਗਾਣੀ ਦੇ ਯੁੱਧ ਵਿੱਚ ਦੁਸ਼ਮਣ ਦੇ ਤੀਰਾਂ ਦੀ ਤਾਰੀਫ ਕਰਦੇ ਕਿ ਵਾਹ ਵਾਹ ਕਿਹਦਾ ਯੋਧਾ ਹੈ, ਵੀ ਇਹ ਵੈਰੀ ਜਿਹੜੇ ਤੀਰ ਸਿੱਖਾਂ ਵੱਲ ਚੱਲ ਰਹੇ ਨੇ, ਗੁਰੂ ਸਾਹਿਬ ਵੱਲ ਚੱਲ ਰਹੇ ਨੇ, ਉਸ ਤੀਰਾਂ ਦੀ ਵੀ ਤਾਰੀਫ ਕਰਦੇ ਆ। ਕਿਸੇ ਦੇ ਗੁਣ ਦੀ ਤਾਰੀਫ ਕਰਨੀ, ਕੰਜੂਸੀ ਨਹੀਂ ਕਰਨੀ ਚਾਹੀਦੀ। ਚੰਗੇ ਗੁਣਾਂ ਦੀ ਮਾਂ ਹੁੰਦੀ ਹੈ ਸ਼ਾਬਾਸ਼। ਆਲੋਚਨਾ ਚੰਗੀ ਹੈ ਪਰ ਸਕਾਰਾਤਮਕ ਹੋਵੇ। ਅੱਜ ਇਹ ਬਹੁਤ ਅਹਿਮ ਪਹਿਲੂ ਹੈ, ਇਹਦੇ ਤੇ ਪੂਰਾ ਇੱਕ ਮੈਂ ਤੇ ਸਮਝਦਾ ਪੂਰਨ ਸੈਮੀਨਾਰ ਚਾਹੀਦਾ ਉੱਤੇ, ਅਸੀਂ ਸਾਰੇ ਸਿਰ ਜੋੜ ਕੇ ਬੈਠੀਏ ਤੇ ਆਲੋਚਨਾ ਦੀਆਂ ਵੀ ਸੀਮਾਵਾਂ ਨਿਯਤ ਕੀਤੀਆਂ ਜਾਣ। ਚੰਗੀ ਬਿਰਤੀ ਦੇ ਨਾਲ ਕੀਤੀ ਜਾਣ ਵਾਲੀ ਆਲੋਚਨਾ ਬਹੁਤ ਉਸਾਰੂ ਹੁੰਦੀ। ਖੈਰ, ਇਹਨੂੰ ਮੈਂ ਪਾਸੇ ਰੱਖਾਂ। ਬੰਦਾ ਮਾਯੂਸ ਹੋ ਗਿਆ, ਮੇਰੀ ਚਿੱਤਰਕਲਾ ਹੀ ਖਰਾਬ ਹੈ, ਟੁੱਟ ਗਿਆ, ਅੱਗੇ ਤੋਂ ਚਿੱਤਰ ਹੀ ਨਹੀਂ ਬਣਾਉਣਾ, ਸਾਰਾ ਹੀ ਗਲਤ ਬਣਿਆ। ਕਿਸੇ ਸੱਜਣ ਨੇ ਹੌਸਲਾ ਦਿੱਤਾ, ਕਹਿਣ ਲੱਗੇ ਚਿੱਤਰ ਉਹੀ ਰਹਿਣ ਦੇ, ਇਹਦੇ ਕੱਚੀ ਪੈਨਸਲ ਨਾਲ ਲਾਏ ਹੋਏ ਟਿਕ ਨਿਸ਼ਾਨੀਆਂ ਮਿਟਾ ਕੇ ਸਿਰਫ ਇਹ ਲਿਖ ਦੇ ਕਿ ਜਿੱਥੇ ਗਲਤੀ ਨਜ਼ਰ ਆਵੇ ਉਹਨੂੰ ਠੀਕ ਕਰ ਦਿਓ। ਲਿਖ ਦਿੱਤਾ ਜੀ। ਤੇ ਜਦੋਂ ਸ਼ਾਮ ਨੂੰ ਜਾ ਕੇ ਉਹੀ ਚਿੱਤਰ ਵੇਖਿਆ ਤੇ ਸਾਰਾ ਹੀ ਦਾ ਸਾਰਾ ਹੀ ਠੀਕ ਸੀ। ਕਿਸੇ ਨੇ ਦੱਸਿਆ ਹੀ ਨਹੀਂ ਸੀ ਵੀ ਇੱਥੋਂ ਗਲਤੀ ਸੀ ਤੇ ਮੈਂ ਠੀਕ ਕੀਤਾ, ਕਿਉਂਕਿ ਗਲਤੀਆਂ ਕੱਢਣੀਆਂ ਸੁਖਾਲੀਆਂ ਨੇ, ਉਦਾਂ ਦਾ ਬਣਾਉਣਾ ਸਿਰਜਣਾ ਬੜਾ ਔਖਾ ਹੁੰਦਾ ਹੈ। ਇਸ ਲਈ ਸਾਡੇ ਗਿਆਨੀ ਹੋਣ ਦਾ ਪੈਮਾਨਾ ਕੀ ਹੈ? ਦੂਸਰੇ ਦੀ ਗਲਤੀ ਕੱਢਣੀ, ਨਕਾਰਾਤਮਕ ਆਲੋਚਨਾ ਕਰਨੀ, ਕਿਸੇ ਦੇ ਉਤਸ਼ਾਹ ਨੂੰ ਹੀ ਮਾਰ ਕੇ ਰੱਖ ਦੇਣਾ, ਜਜ਼ਬੇ ਨੂੰ ਹੀ ਮਾਰ ਕੇ ਰੱਖ ਦੇਣਾ। ਕਈ ਵਾਰੀ ਐਸਾ ਧਰੋਹ ਵੀ ਕਰਦੇ ਆ, ਮਹਾਪਾਪ ਕਰਦੇ ਆ ਅਸੀਂ, ਕਿ ਕਿਸੇ ਦੇ ਉਤਸ਼ਾਹ ਨੂੰ, ਜਜ਼ਬੇ ਨੂੰ, ਭਾਵਨਾਵਾਂ ਨੂੰ, ਜਜ਼ਬਾਤਾਂ ਨੂੰ ਕੁਚਲ ਕੇ ਰੱਖ ਦਿੰਦੇ ਅਸੀਂ। ਔਰ ਇੰਨਾ ਵੱਡਾ ਪਾਪ ਇਹ ਕਈ ਵਾਰੀ ਹੋ ਜਾਂਦਾ ਕਿ ਸ਼ਾਇਦ ਰੱਬ ਦੀ ਦਰਗਾਹ ਵਿੱਚ ਸਦੀਆਂ ਬੰਦਗੀ ਕਰਕੇ ਵੀ ਉਹ ਪਾਪ ਨਾ ਧੋਤਾ ਜਾਵੇ। ਜਿਹਨੂੰ ਬਾਬਾ ਬੁੱਲਾ ਕਹਿੰਦਾ ਵੀ ਦਿਲ ਨਾ ਦੁਖਾਵੀਂ, ਅੱਲਾ ਦਿਲ 'ਚ ਵਸਦਾ ਹੀ। ਢਾਹ ਦੇ ਮੰਦਰ ਮਸੀਤਾਂ ਜੋ ਕੁਝ ਢੱਠਦਾ ਹੀ, ਪਰ ਇੱਕ ਦੁਖੀਏ ਦਾ ਦਿਲ ਨਾ ਦੁਖਾਵੀਂ ਜਿਸ ਵਿੱਚ ਅੱਲਾ ਵਸਦਾ ਹੈ। ਕਈ ਵਾਰੀ ਇਹ ਗੁਨਾਹ ਕਰ ਬੈਠਦੇ ਆ ਸਾਧ ਸੰਗਤ। ਤੋ ਇਸ ਲਈ ਸੱਚੇ ਪਾਤਸ਼ਾਹ ਜੀ ਨੇ ਸਾਡੇ ਗਿਆਨ ਦਾ ਜਿਹੜਾ ਸ਼ੀਸ਼ਾ ਹੈ ਉਹ ਇੱਥੋਂ ਸ਼ੁਰੂ ਕੀਤਾ, ਮੇਰੇ ਤੋਂ। ਇਹਨੂੰ ਜ਼ਰੂਰ ਨੋਟ ਕਰਿਓ ਸਾਧ ਸੰਗਤ ਜੀ। ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੀਏ ਜੀ। ਗਿਆਨੀ ਬਣੀਏ, ਪੰਡਤ ਬਣੀਏ, ਸਿਆਣੇ ਬਣੀਏ,
पर सो पंडित जो मन प्रबुद्ध है, वो गुणी है, वो ज्ञानी। मेरे मन, ਇੱਥੇ ਬੈਠ ਕੇ ਬੜਾ ਸੁਖਾਲਾ ਮੈਂ ਤੁਹਾਨੂੰ ਕਹਾਂਗਾ ਤੁਸੀਂ ਨਾਮ ਨਹੀਂ ਜਪਦੇ, ਤੁਸੀਂ ਧਰਮ ਕਰਮ ਨਹੀਂ ਕਰਦੇ, ਤੁਹਾਡੇ ਵਿੱਚ ਇਹ ਬਹੁਤ ਬੁਰਾਈਆਂ ਨੇ, ਤੁਹਾਡੇ ਵਿੱਚ ਆਹ ਔਗਣ ਹੈ, ਇਦਾਂ ਵਾਹੋ ਦਾਹੀ ਤਲਵਾਰਾਂ ਬਾਹਰ ਆਏ ਹੁੰਦੇ ਅਸੀਂ ਕਈ ਵਾਰੀ ਸ਼ਬਦਾਂ ਦੀਆਂ। ਤੁਹਾਨੂੰ ਬੈਠਣਾ ਨਹੀਂ ਆਉਂਦਾ, ਤੁਹਾਨੂੰ ਸੁਣਨਾ ਨਹੀਂ ਆਉਂਦਾ, ਜਿਹੜੇ ਚਾਰ ਸਰੀਰ ਆਏ ਹੁੰਦੇ ਆ ਉਹਨਾਂ ਨੂੰ ਵੀ ਤੋੜ ਕੇ ਰੱਖ ਦਿੰਦੇ ਅਸੀਂ ਕਈ ਵਾਰੀ। ਗੁਰੂ ਸਾਹਿਬ ਜੀ ਕਹਿੰਦੇ ਆਪਣੇ ਤੋਂ ਸ਼ੁਰੂ ਕਰ ਪਹਿਲਾਂ, ਤੇ ਤੇਰੀ ਲੋ ਦੂਜਿਆਂ ਨੂੰ ਆਪੇ ਰੋਸ਼ਨੀ ਦਿਖਾ ਦੇਗੀ। ਦੁਖਾਂਤ ਸਾਡਾ ਇਹੀ ਹੋਇਆ, ਅਸੀਂ ਗਿਆਨ ਤੇ ਵਾਕਈ ਪੜ੍ਹਿਆ, ਪਰ ਜਿੱਦਾਂ ਸਤਿਗੁਰੂ ਜੀ ਨੇ ਕਿਹਾ ਸੀ ਉਦਾਂ ਨਹੀਂ ਪੜ੍ਹਿਆ। ਸਤਿਗੁਰੂ ਜੀ ਨੇ ਕਿਹਾ ਸੀ ਮਨ ਸਮਝਾਵਣ ਕਾਰਨ ਕਛੁਕ ਪੜ੍ਹੀ ਹੈ ਗਿਆਨ। ਥੋੜਾ ਜਿਹਾ ਹੀ ਪੜ੍ਹ ਲਈ ਭਾਵੇਂ, ਪਰ ਪਹਿਲਾਂ ਮਨ ਨੂੰ ਸਮਝਾਉਣ ਵਾਸਤੇ ਪੜ੍ਹੀ, ਅਸੀਂ ਜੱਗ ਨੂੰ ਸਮਝਾਉਣ ਵਾਸਤੇ ਪੜ੍ਹਿਆ। ਤੇ ਇਸ ਪੜ੍ਹਾਈ ਦੇ ਹਥਿਆਰ ਨਾਲ ਗਿਆਨ ਨੂੰ ਹਥਿਆਰ ਬਣਾਇਆ ਹੋਇਆ, ਯਾਦਾਸ਼ਤ ਨੂੰ, ਚੇਤਾ ਸ਼ਕਤੀ ਨੂੰ ਹਥਿਆਰ ਬਣਾਇਆ ਹੋਇਆ। ਤੇ ਇਸ ਹਥਿਆਰ ਦੇ ਨਾਲ ਅਸੀਂ ਜਗਤ ਨੂੰ ਨੀਵਾਂ ਕਰਨਾ ਚਾਹੁੰਦੇ ਹਾਂ। ਸਭ ਤੋਂ ਨਿਪੁੰਨ ਚਤਰ ਕੌਣ ਹੈ? ਜਿਹਨੂੰ 50 ਸਾਲ 100 ਸਾਲ ਦੀਆਂ ਗੱਲਾਂ ਚੇਤੇ, ਤੂੰ ਇੱਕ ਵਾਰੀ ਆ ਕਿਹਾ ਸੀ ਮੈਂ ਤੈਨੂੰ ਹੁਣ ਤੇਰੇ ਸ਼ਬਦਾਂ ਨਾਲ ਨੀਵਾਂ ਕਰਾਂਗਾ। ਪਤਾ ਨਹੀਂ ਕਿੰਨਾ ਕੁਝ ਆਪਣੇ ਜਿਹਨ ਚ ਲੱਦੀ ਫਿਰਦੇ ਆ। ਕਈ ਵਾਰੀ ਤੇ ਅਰਦਾਸ ਕਰੀਦਾ, ਸੱਚੇ ਪਾਤਸ਼ਾਹ ਕੁਝ ਭੁੱਲਣ ਦੀ ਸਮਰੱਥਾ ਵੀ ਦੇ। ਜਿਹਨੂੰ ਭੁੱਲਣਾ ਸੀ ਉਹ ਭੁਲਾ ਨਹੀਂ ਪਾ ਰਹੇ, ਜਿਹਨੂੰ ਚੇਤੇ ਕਰਨਾ ਸੀ ਉਹ ਚੇਤੇ ਚ ਨਹੀਂ ਆ ਰਿਹਾ। ਉਲਟ ਹੋ ਗਿਆ ਕੰਮ। ਉਹਨੂੰ ਹਥਿਆਰ ਬਣਾ ਕੇ ਦੂਜੇ ਲਈ ਵਰਤਦੇ ਹਾਂ ਅਸੀਂ। ਤੇ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਸ ਹਥਿਆਰ ਨਾਲ ਆਪਣੇ ਆਪ ਨੂੰ ਮਾਰਨ ਦਾ ਯਤਨ ਕਰ ਪਹਿਲਾਂ। ਜੇ ਸਿਰ ਭੰਨਣਾ ਹੈ ਨਾ, ਜੇ ਹੰਕਾਰ ਤੋੜਨਾ ਹੈ, ਤੇ ਆਪਣੀ ਚੇਤਾ ਸ਼ਕਤੀ ਨਾਲ, ਆਪਣੇ ਬੌਧਿਕ ਤਲ ਤੇ, ਆਪਣੇ ਗਿਆਨ ਦੀ ਸਤ੍ਹਾ ਤੇ ਦੂਜੇ ਨੂੰ ਨਾ ਮਾਰ, ਪਹਿਲਾਂ ਆਪਣੇ ਆਪ ਨੂੰ ਮਾਰ। ਮੇਰੇ ਮਨ, ਇੱਥੋਂ ਸ਼ੁਰੂ ਕਰ। ਇਹਨੂੰ ਕੀ ਕਹਿ? ਭਜ, ਛੇਤੀ ਕਰ, ਦੇਰੀ ਨਾ ਕਰੀ ਮੇਰੇ ਮਨ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇੱਥੋਂ ਸ਼ੁਰੂ ਕਰ, ਇਹਨੂੰ ਕਹਿ ਦੇਰੀ ਨਾ ਕਰ, ਛੇਤੀ ਕਰ। ਭਜ ਰਾਮ ਨਾਮ, ਕਾਇਨਾਤ ਜ਼ਰਰੇ ਜ਼ਰਰੇ ਚ ਰਮੇ ਹੋਏ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਅੰਦਰੋਂ ਵੇਖਣ ਦਾ, ਮਾਨਣ ਦਾ, ਉਹਨੂੰ ਜਿਉਣ ਦਾ, ਰਸ ਨੂੰ ਪੀਣ ਦਾ ਯਤਨ ਕਰ। ਜੇ ਇਹ ਨਾ ਪੀਤਾ ਤੇ ਸਭ ਕੁਝ ਵਿਅਰਥ ਹੈ। ਇਹੀ ਅਰਥ ਵਿੱਚ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਬੜਾ ਗਿਆਨ ਇਕੱਠਾ ਕੀਤਾ, ਬਹੁਤ ਬਹੁਤ ਸ਼ਾਸਤਰ, ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਬਿਨਾ ਸਭ ਕੂੜ, ਗੱਲ ਨਹੀਂ ਹੋਸ਼ੀਆਂ। ਭਜ ਨਾਮ, ਰਾਮ ਨਾਮ ਸਭ ਅਰਥਾ। ਕਿਸੇ ਅਰਥ ਲਾਉਣਾ, ਕਿਸੇ ਲੇਖੇ ਲਾਉਣਾ। ਜੇ ਕੁਝ ਖੱਟਣਾ ਤੇ ਭਾਈ ਗੁਣੀ ਨਿਧਾਨ ਵਾਹਿਗੁਰੂ ਜੀ ਦਾ ਗੁਣ ਸਰੂਪ ਨਾਮ ਹੈ ਨਾ, ਜਿਹੜਾ ਮਰਜੀ ਨਾਮ ਲੈ, ਉਸ ਗੁਣ ਨੂੰ ਅੰਦਰ ਸਿੰਚ ਲਈ। ਦਿਆਲੂ ਕਹੀਂ, ਕਰੀਮ ਕਹੀਂ, ਰਹੀਮ ਕਹੀਂ, ਮਿਹਰਬਾਨ ਕਹੀਂ, ਪੰਜਾਬੀ ਚ ਕਹੀਂ, ਉਰਦੂ ਚ ਕਹੀਂ, ਅਰਬੀ ਵਿੱਚ ਕਹੀਂ, ਕੋਈ ਫਰਕ ਨਹੀਂ ਪੈਂਦਾ। ਸੰਸਕ੍ਰਿਤ, ਇਹ ਲੜਾਈ ਨਾ ਲੜੀ ਕਿ ਮੇਰੇ ਵਾਲੀ ਭਾਸ਼ਾ ਦੇਵ ਭਾਸ਼ਾ ਹੈ। ਇਹ ਵੀ ਗਿਆਨੀ ਦਾ ਬਹੁਤ ਵੱਡੀ ਕਮਜ਼ੋਰੀ ਹੈ ਜੀ। ਮੇਰੇ ਵਾਲੀ ਭਾਸ਼ਾ ਖੁਦਾਈ ਭਾਸ਼ਾ ਹੈ, ਮੇਰੀ ਵਾਲੀ ਭਾਸ਼ਾ ਦੇਵ ਭਾਸ਼ਾ ਹੈ। ਤੇ ਤੂੰ ਗੁਰੂ ਨਾਨਕ ਦੇ ਕੋਲ ਬੈਠ ਕੇ ਪੁੱਛੇਗਾ, ਉਹ ਕਹੇਗਾ ਪ੍ਰੇਮ ਵਾਲੀ ਭਾਸ਼ਾ ਰੱਬ ਦੀ ਭਾਸ਼ਾ ਹੈ। ਭਾਖਿਆ ਪਾਓ ਅਪਾਰ। ਫਰਕ ਪੈ ਗਿਆ ਜੀ। ਗੁਰੂ ਨਾਨਕ ਦੀ ਨਜ਼ਰ ਨਾਲ ਸਮਝਣ ਦਾ ਯਤਨ ਕਰੀਏ। ਕਿਸੇ ਅਰਥ ਹੈ, ਜੇ ਇਦਾਂ ਕਮਾਏਗਾ, ਆ ਗੁਰੂ ਦੀ ਚਰਨੀ ਲੱਗ, ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਇੱਥੋਂ ਤੇਰੇ ਅੰਦਰ ਵਸਣਾ ਜੀ। ਹਿਰਦੇ ਦੇ ਅੰਦਰ ਸਿੰਚਿਆ ਤਾਂ ਆ ਜਾਣਾ ਜੇ ਗੁਰੂ ਵਾਲੇ ਪਾਸੇ ਮੁੱਖ ਕਰਕੇ ਜਿਉਣਾ ਸ਼ੁਰੂ ਕਰੇਗਾ। ਗੁਰ ਕਹਿਆ ਸਾਕਾਰ ਕਮਾਵੋ। ਕੱਲਾ ਗੁਰੂ ਨੂੰ ਮੱਥਾ ਟੇਕਣ ਦੀ ਗੱਲ ਨਹੀਂ ਕਹੀ, ਜਾਂ ਕੱਲਾ ਕਿਸੇ ਕੁੰਦਰ ਚ ਵੜ ਕੇ, ਪਹਾੜ ਵਿੱਚ ਵੜ ਕੇ ਮਾਲਾ ਫੇਰਨ ਦੀ ਗੱਲ ਨਹੀਂ ਕਹੀ। ਜੀਵਨ ਦਾ ਅਮਲ ਗੁਰੂ ਦੇ ਅਨੁਸਾਰ, ਕਿਰਤ ਵਿਰਤ ਕਰ ਧਰਮ ਦੀ, ਬੋਲੀ ਹੈ ਸੱਚ, ਧਰਮ ਝੂਠ ਨਾ ਬੋਲੀ ਹੈ। ਜੋ ਵੀ ਗੁਰੂ ਸਾਹਿਬ ਜੀ ਸਾਨੂੰ ਸਿਖਾ ਰਹੇ ਆ, ਜਦੋਂ ਇਸ ਆਸ਼ੇ ਵਿੱਚ ਜੀਵੇਂਗਾ, ਇਹਨੂੰ ਕਹਿੰਦੇ ਗੁਰੂ ਦੇ ਸਨਮੁਖ ਹੋਣਾ। ਤੇ ਫਿਰ ਗੁਰ ਪੂਰਾ ਕੀ ਕਰੇਗਾ? ਤੇਰੇ ਅੰਦਰ ਉਹ ਦੈਵੀ ਗੁਣਾ ਵਾਲਾ ਨਾਮ ਦ੍ਰਿੜ ਕਰਵਾਏਗਾ, ਪਰਪੱਕ ਕਰਵਾਏਗਾ, ਜਿਹੜਾ ਭੁੱਲੇ ਹੀ ਕਦੀ ਨਾ।
ਤੇ ਜੇ ਨਹੀਂ ਕਰਦਾ ਤੇ ਫਿਰ ਬਿਨ ਨਾਮੈ ਜੀਵਨ ਬਿਰਥਾ। ਥੋੜਾ ਜਿਹਾ ਇਹਨੂੰ ਨਾ ਮੋਟਾ ਜਿਹਾ ਮੈਂ ਚਾਹੁੰਦਾ ਇੱਕ ਵਾਰੀ ਮੋਟਾ ਜਿਹਾ ਆਪਣੇ ਜੇਨ ਚ ਵਸਾ ਲਓ, ਪੂਰੀ ਪੰਕਤੀ ਨਹੀਂ, ਥੋੜੀ ਇਸ਼ਾਰੇ ਮਾਤਰ। ਭਜ ਰਾਮ ਨਾਮ ਸਭ ਅਰਥਾ, ਭਜ ਰਾਮ ਨਾਮ ਸਭ ਅਰਥਾ, ਰਾਮ ਨਾਮ ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ, ਬਿਨ ਨਾਮੈ ਜੀਵਨ ਬਿਰਥਾ, ਬਿਨ ਹੁਣ ਇੱਕ ਤੇ ਗੱਲ ਮੋਟੀ ਜੀ ਸਮਝ ਆ ਗਈ ਸਾਡੇ ਵੀ ਗਿਆਨ ਸਾਡੇ ਵਾਸਤੇ ਆ, ਬਾਣੀ ਸਾਡੇ ਨਿੱਜ ਤੋਂ ਸ਼ੁਰੂ ਹੁੰਦੀ ਹੈ। ਦੂਜੀ ਗੱਲ ਸਮਝ ਵਿੱਚ ਆ ਗਈ ਕਿ ਕੀ ਫਾਇਦੇ 'ਚ ਹੈ ਤੇ ਕੀ ਨੁਕਸਾਨ 'ਚ ਹੈ। ਹੁਣ ਜੋ ਸੰਪੂਰਨ ਸ਼ਬਦ ਵਿੱਚ ਮਹਾਰਾਜ ਨੇ ਦਇਆ ਕੀਤੀ ਹੈ, ਬਚਨ ਇੱਥੋਂ ਆਰੰਭ ਕੀਤਾ ਹੈ ਕਿ ਵਾਹਿਗੁਰੂ ਜੀ ਇੱਕ ਨੇ, ਸਾਰੀ ਕਾਇਨਾਤ ਜ਼ਰਰੇ ਜ਼ਰਰੇ ਵਿੱਚ ਵਿਆਪਕ ਨੇ, ਤੇਰੇ ਆਪਣੇ ਵੀ ਨਾਲ ਨੇ। ਉਹ ਸਦੀਵ ਅਟਲ ਰਹਿਣ ਵਾਲੇ ਸਤਿਗੁਰੂ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ। ਸਭ ਮੈਂ ਰਿਹਾ ਸਮਾਏ, ਅਬਨਾਸੀ ਪੁਰਖ ਦੀ ਇਹ ਗਿਆਨ ਰੂਪੀ ਬਖਸ਼ਿਸ਼ ਲੈ, ਤੈਨੂੰ ਪ੍ਰਾਪਤੀ ਹੋ ਜਾਏਗੀ। ਤੋ ਜੋ ਦਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ ਹੈ, 4 ਪਦਿਆਂ ਦਾ ਸ਼ਬਦ ਹੈ। ਸਮੇਂ ਦੀ ਸੀਮਾ ਵਿੱਚ ਨਾ ਅਰਜ਼ੋਈ ਕਰਿਓ ਸਤਿਗੁਰੂ ਸੁਰਤ ਟਿਕਾਉਣ, ਪਿਆਰ ਹਿਰਦੇ 'ਚ ਬਖਸ਼ਣ, ਸਮਝ ਸਕੀਏ ਤੇ ਫਿਰ ਕਮਾ ਸਕੀਏ। ਇੱਕ ਵਾਰੀ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਸੱਚੇ ਸਾਹਿਬ ਜੀ ਦੀ ਬਖਸ਼ਿਸ਼ ਵੇਖੋ। ਇੱਕ ਇੱਕ ਅੱਖਰ ਨੂੰ ਥੋੜਾ ਜਿਹਾ ਪੁੱਛ ਲਈਏ ਗੁਰੂ ਸਾਹਿਬ ਨੂੰ ਵੀ ਮਹਾਰਾਜ ਜੀ ਸਾਨੂੰ ਸਮਝ ਥੋੜੀ ਆ, ਤੁਸੀਂ ਸਮਝਾ ਦਿਓ। ਫਿਰ ਬੇਨਤੀ ਹੈ, ਮੇਰੇ ਤੋਂ ਗੱਲ ਸ਼ੁਰੂ ਹੈ। ਦੂਜਿਆਂ ਕੋਲੋਂ ਚੰਗੇ ਗੁਣਾਂ ਦੀ ਪ੍ਰੇਰਨਾ ਲੈ, ਜਿਹਨੂੰ ਕਹਿੰਦੇ ਨਾ ਤਿਨਾ ਦੇਖ ਮਨ ਚਾਓ ਠੰਡਾ ਹੋ ਕਦ ਪਾਈ ਗੁਣ ਤਾਸਾ। ਜਿਹੜੀ ਪ੍ਰਾਪਤੀ ਦੀ ਗੱਲ ਹੈ ਉਹ ਮੇਰੇ ਤੋਂ ਸ਼ੁਰੂ ਕਰ, ਮਤਲਬ ਆਪਣੇ ਆਪ ਤੋਂ ਸ਼ੁਰੂ ਕਰ। ਵੀ ਪਹਿਲਾਂ ਤੂੰ ਖੱਟ ਲਿਆ ਭਾਈ, ਮੇਰਾ ਹੀਰ ਹੈ। ਇਹ ਸਤਿਗੁਰੂ ਜੀ ਹੀਰ ਹੈ ਕੀ ਹੁੰਦਾ? ਹਿਰਦਾ ਕਿਹਨੂੰ ਕਹਿੰਦੇ ਆ ਜੀ? ਕਿਉਂਕਿ ਸਾਨੂੰ ਤੇ ਸਥੂਲ ਬਾਡੀ ਦਾ ਪਤਾ, ਅਸੀਂ ਤੇ ਚਮੜੀ ਵੇਖਦੇ ਹਾਂ, ਅਸੀਂ ਤੇ ਹੱਥ ਪੈਰ ਵੇਖਦੇ ਹਾਂ, ਅਸੀਂ ਤੇ ਸੁੰਦਰਤਾ ਵੇਖਦੇ ਹਾਂ, ਉਹਨੂੰ ਸਵਾਰਨ ਦਾ ਯਤਨ ਕਰਦੇ ਹਾਂ, ਲੀੜੇ ਕੱਪੜੇ ਵੇਖਦੇ ਹਾਂ, ਵੇਸ ਭੇਸ ਵੇਖਦੇ ਹਾਂ। ਸੰਸਾਰੀ ਆਪਣੇ ਢੰਗ ਨਾਲ ਸਵਾਰ ਰਿਹਾ ਤੇ ਅੱਜ ਦਾ ਪਖੰਡੀ ਜਿਹੜਾ ਆਪਣੇ ਆਪ ਨੂੰ ਧਾਰਮਿਕ ਅਖਵਾ ਰਿਹਾ ਉਹ ਆਪਣੇ ਢੰਗ ਨਾਲ ਸਵਾਰ ਰਿਹਾ। ਸੰਸਾਰੀ ਦੇ ਕੱਪੜੇ ਛੋਟੇ ਹੁੰਦੇ ਜਾ ਰਹੇ ਆ, ਪਖੰਡੀ ਦੇ ਕੱਪੜੇ ਲੰਬੇ ਹੁੰਦੇ ਜਾ ਰਹੇ। ਇੰਨਾ ਕੀ ਵੇਖੀ ਜਾ ਰਹੇ ਅਸੀਂ। ਗੱਲ ਮੇਰੇ ਤੋਂ ਸ਼ੁਰੂ ਹੋਣੀ ਸੀ ਤੇ ਹੀਰੇ ਤੋਂ ਸ਼ੁਰੂ ਹੋਣੀ ਸੀ। ਅਸੀਂ ਕੱਪੜਿਆਂ ਤੱਕ ਲੈ ਆਏ, ਚਮੜੀ ਤੱਕ ਲੈ ਆਏ ਤੇ ਸਾਡੇ ਹੱਟ ਖੁੱਲ ਗਏ, ਕੇਂਦਰ ਖੁੱਲ ਗਏ ਵੀ ਇੱਥੇ ਬਿਊਟੀ ਦਿੱਤੀ ਜਾਂਦੀ ਹੈ। ਬਿਊਟੀ ਪਾਰਲਰ, ਸਾਡੀਆਂ ਬੱਚੀਆਂ ਹੁਣ ਤੇ ਮਰਦ ਵੀ ਜਾਣ ਲੱਗ ਪਏ ਸੋਹਣੇ ਬਣਨ ਲਈ, ਕਿਉਂਕਿ ਸਿਰਫ ਚਮੜੀ ਵੇਖ ਰਹੇ ਹਾਂ, ਸਿਰਫ ਵੇਸ ਵੇਖ ਰਹੇ ਹਾਂ, ਭਾਵੇਂ ਉਹ ਸੰਸਾਰੀ ਪੱਧਰ ਹੈ। ਵੇਖੋ ਮੋਟੀ ਜਿਹੀ ਨਿਸ਼ਾਨੀ ਹੁੰਦੀ ਹੈ ਵੀ ਬੜਾ ਦੁੱਧ ਵਰਗਾ ਚਿੱਟਾ ਕੁੜਤਾ ਪਜਾਮਾ ਕਾਟਨ ਦਾ ਪਾਇਆ, ਕੁੜਤੀ ਕਾਲੀ ਉੱਪਰ ਦੀ ਹੈ ਤੇ ਬੰਦਾ ਜ਼ਰੂਰ ਕਿਸੇ ਰਾਜਨੀਤਿਕ ਪਾਰਟੀ ਨਾਲ।
ਜੇ ਕੁੜਤਾ ਪਾਇਆ, ਪਜਾਮਾ ਪਾਇਆ, ਬੰਦਾ ਗੁਰਦੁਆਰੇ ਦਾ ਭਾਈ ਹੋਏਗਾ ਮੇਰੇ ਵਾਂਗੂ। ਤੇ ਜੇ ਅਗਲੇ ਨਿਸ਼ਾਨੀ, ਤੁਹਾਨੂੰ ਪਤਾ ਮੈਂ ਹਰ ਵਾਰੀ ਗੱਲ ਕਰਦਾ, ਚੰਗੀ ਨਹੀਂ ਲੱਗਦਾ, ਜਿਉਂ-ਜਿਉਂ ਕੁੜਤੇ ਨੀਵੇਂ ਹੁੰਦੇ ਜਾਂਦੇ ਆ, ਫਿਰ ਉਹ ਜੇ ਸਟੇਟਸ ਬਦਲਦੇ ਜਾਂਦੇ ਆ। ਇਦਾਂ ਹੀ ਸੰਸਾਰੀ ਤੌਰ ਤੇ ਆ, ਉੱਥੇ ਉੱਚੇ ਹੁੰਦੇ ਜਾਂਦੇ ਆ। ਸਤਿਗੁਰੂ ਹੀਰੇ ਦੀ ਗੱਲ ਕਰ ਰਹੇ ਆ। ਇਹ ਸਾਡੇ ਰਸਤੇ ਆ, ਜ਼ੁਬਾਨ, ਸਾਡੀ ਕੰਨ, ਇਹ ਰਸਤੇ ਆ ਸਾਧ ਸੰਗਤ। ਸਾਡੀਆਂ ਅੱਖਾਂ, ਅਸੀਂ ਦਰਸ਼ਨ ਕਰੀਏ ਸੰਗਤ ਦੇ, ਅਸੀਂ ਗੁਰੂ ਦੀ ਬਾਣੀ ਗਾਈਏ, ਅਸੀਂ ਕੰਨਾਂ ਨਾਲ ਗੁਰੂ ਦਾ ਜਸ ਸੁਣੀਏ, ਇਹ ਰਸਤੇ ਹੈ। ਪਰ ਅਸੀਂ ਤੇ ਜ਼ੁਬਾਨ ਤੇ ਵੀ ਨਹੀਂ ਲੈ ਕੇ ਆਏ ਅਜੇ ਤੱਕ ਕੰਨਾਂ ਤੱਕ ਵੀ ਨਹੀਂ ਲੈ ਕੇ ਆਏ। ਸਤਿਗੁਰੂ ਜੀ ਹੀਰੇ ਦੀ ਗੱਲ ਕਰ ਰਹੇ ਆ। ਮਹਾਰਾਜ ਜੀ, ਹੀਰਾ ਕੀ ਹੁੰਦਾ? ਮੈਨੂੰ ਪੰਕਤੀ ਯਾਦ ਹੈ ਜੀ, ਮੈਂ ਕੀ ਕਵਾਂਗਾ, ਮੈਨੂੰ ਪੰਕਤੀ ਯਾਦ ਹੈ, ਮੈਂ ਹੱਥ ਖੜਾ ਕੀਤਾ, ਮੈਨੂੰ ਚੇਤੇ ਹੈ ਜੀ, ਜਿਵੇਂ ਕਲਾਸ ਵਿੱਚ ਬੱਚਾ ਕਰਦਾ। ਚੇਤੇ ਕਿੱਥੇ ਹੈ? ਮੇਰੀ ਬੁੱਧੀ ਵਿੱਚ, ਮੇਰੇ ਦਿਮਾਗ ਵਿੱਚ ਬਹੁਤ ਕੁਝ ਚੇਤੇ ਹੈ, ਮੇਰਾ ਦਿਮਾਗ ਬੜਾ ਤੇਜ਼ ਹੈ। ਗੁਰੂ ਸਾਹਿਬ ਜੀ ਗੱਲ ਕਰ ਰਹੇ ਆ ਹੀਰੇ ਦੀ, ਤੇ ਬਾਡੀ ਦਾ ਵਿਸ਼ਲੇਸ਼ਣ ਕੀਤਿਆਂ, ਇਹਦੀ ਚੀਰ-ਫਾੜ ਕੀਤਿਆਂ, ਹੀਰਾ ਕਿੱਥੋਂ ਆਉਂਦਾ ਹੈ ਜਿੱਥੇ ਅਸੀਂ ਚੀਜ਼ ਟਿਕਾਉਣੀ ਹੈ। ਹੁਣ ਥੋੜਾ ਜਿਹਾ ਸਮਝੀਏ ਜੀ। ਜਦੋਂ ਤੇ ਕੋਈ ਮਾਰਦਾ ਡਾਂਗ, ਅਸੀਂ ਕਹਿੰਦੇ ਆ ਮੇਰੇ ਜਿਸਮ ਤੇ ਸੱਟ ਵੱਜੀ ਹੈ। ਜਦੋਂ ਕਿਸੇ ਦਾ ਸੁਣਦੇ ਆ ਬੋਲ, ਅਸੀਂ ਕਹਿੰਦੇ ਆ ਹਿਰਦੇ ਵੇਦਕ ਬੋਲ ਸੀ। ਉਦੋਂ ਪੁੱਛੀਏ ਹਿਰਦਾ ਕਿੱਥੇ ਹੈ ਜੀ, ਕਿਹਨੂੰ ਵਿੰਨਿਆ? ਹਿਰਦੇ ਵੇਦਕ ਮਤਲਬ ਮੇਰੇ ਹਿਰਦੇ ਨੂੰ ਵਿੰਨਣ ਵਾਲਾ ਬੋਲ ਸੀ। ਕਦੋਂ ਪਤਾ ਲੱਗਦਾ? ਜਦੋਂ ਕਠੋਰ ਬੋਲ ਸੁਣਦੇ ਆ ਅਸੀਂ, ਫਿਰ ਕਹਿੰਦੇ ਆ ਹਿਰਦੇ ਨੂੰ ਵਿੰਨਣ ਵਾਲਾ ਬੋਲ ਸੀ ਜੀ। ਬੜੀ ਹਿਰਦੇ ਵੇਦਕ ਘਟਨਾ ਹੈ ਜੀ। ਕਿਹਨੇ ਮਹਿਸੂਸ ਕੀਤਾ? ਬੁੱਧੀ ਨੇ ਕੀਤਾ। ਖਿਮਾ ਕਰਨਾ, ਇੱਕ ਉਦਾਹਰਨ ਦੇ ਰਿਹਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਸਮੇਤ ਮੇਰੇ ਜੋ ਆਪਣੇ ਨੇ, ਜਿਨ੍ਹਾਂ ਨਾਲ ਸਨੇਹ ਹੈ, ਕੁਝ ਚਲੇ ਗਏ ਨੇ, ਕੁਝ ਜਾ ਰਹੇ ਹੈ। ਸਿੱਖ ਕੌਮ ਦੇ ਬੜੇ ਪਿਆਰੇ ਹੀਰੇ ਸਾਡੇ ਕੋਲ 2020 ਚ ਖੁੱਸ ਗਏ ਜੀ। ਮਾਨਯੋਗ ਭਾਈ ਨਿਰਮਲ ਸਿੰਘ ਜੀ ਖਾਲਸਾ ਗਏ, ਭਾਈ ਹਰਨਾਮ ਸਿੰਘ ਜੀ ਗਏ। ਸਰੀਰ ਕਰਕੇ ਚਲੋ, ਖੇਡ ਆ ਵਾਹਿਗੁਰੂ ਜੀ ਦੀ, ਆਵਣ ਜਾਣੇ ਖੇਲ ਬਣਾਇਆ। ਸਿੰਘ ਸਾਹਿਬ ਸੁਖਜਿੰਦਰ ਸਿੰਘ ਜੀ ਗਏ। ਪੰਥ ਨੇ ਬੜਾ ਦਰਦ ਮੰਨਿਆ। ਕੱਲ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਭਰਾ ਬੜੇ ਰੂਹ ਵਾਲੇ ਸੀ, ਉਹ ਚਲੇ ਗਏ। ਏਦਾਂ ਸੰਗ ਚਲਤ ਹੈ, ਹਮ ਵੀ ਚੱਲਣਾ। ਹੁਣ ਸਾਨੂੰ ਪਤਾ ਹੈ, ਤੇ ਪਤਾ ਕਿਹਨੂੰ ਹੈ? ਬੁੱਧੀ ਨੂੰ। ਮੌਤ ਦਾ ਪਤਾ ਹੈ, ਤੇ ਪਤਾ ਕਿਹਨੂੰ ਹੈ? ਬੁੱਧੀ ਨੂੰ, ਦਿਮਾਗ ਨੂੰ ਪਤਾ ਹੈ। ਪਰ ਜਿੱਦਣ ਇਹ ਘਟਨਾ ਵਾਪਰਦੀ ਹੈ, ਉਦੋਂ ਦੁਖੀ ਕੌਣ ਹੁੰਦਾ? ਬੁੱਧੀ ਨੂੰ ਤਾਂ ਪਹਿਲਾਂ ਹੀ ਪਤਾ ਸੀ। ਥੋੜਾ ਸਮਝ ਲਿਓ ਇਸ ਗੱਲ ਨੂੰ। ਬੁੱਧੀ ਨੂੰ ਤੇ ਪਹਿਲਾਂ ਹੀ ਪਤਾ ਵੀ ਮੈਂ ਵੀ ਮਰ ਜਾਣਾ, ਜਿਨ੍ਹਾਂ ਨਾਲ ਮੇਰਾ ਸਨੇਹ ਆ ਉਹਨਾਂ ਨੇ ਵੀ ਮਰ ਜਾਣਾ। ਬੁੱਧੀ ਤੇ ਜਾਣਦੀ ਹੈ। ਤੇ ਜੇ ਬੁੱਧੀ ਨੇ ਦੁਖੀ ਹੋਣਾ ਹੁੰਦਾ ਤੇ ਇਸ ਗੱਲ ਦਾ ਤੇ ਪਹਿਲਾਂ ਪਤਾ ਸੀ। ਦੁਖੀ ਕੌਣ ਹੋਇਆ? ਹਿਰਦਾ। ਇਹਦਾ ਮਤਲਬ ਕਿ ਹਿਰਦਾ ਉਹ ਸ਼ੈ ਹੈ ਜਿੱਥੋਂ ਅਸੀਂ ਮਹਿਸੂਸ ਕਰਦੇ ਹਾਂ, ਜਿੱਥੋਂ ਅਸੀਂ ਫੀਲ ਕਰਦੇ ਹਾਂ ਕਿਸੇ ਗੱਲ ਨੂੰ। ਮਹਿਸੂਸ ਕਰਨ ਨੂੰ ਤੇ ਇਨਸਾਨੀਅਤ ਕਹਿੰਦੇ ਆ। ਇਹਦਾ ਮਤਲਬ ਹਿਰਦਾ ਇਨਸਾਨੀਅਤ ਦਾ ਧੁਰਾ ਹੈ। ਹਿਰਦੇ ਨੇ ਮਹਿਸੂਸ ਕਰਨਾ, ਤੇ ਇਨਸਾਨੀਅਤ ਹਿਰਦੇ ਤੋਂ ਸ਼ੁਰੂ ਹੁੰਦੀ ਹੈ। ਜਿਹਦਾ ਹਿਰਦਾ ਕੋਮਲ ਹੈ ਉੱਥੇ ਇਨਸਾਨੀਅਤ ਦਾ ਬੀਜ ਅੰਕੁਰ ਫੁੱਟਦਾ। ਜਿਹਦਾ ਹਿਰਦਾ ਪੱਥਰ ਵਰਗਾ ਹੈ ਉੱਥੇ ਕੋਈ ਬੂਟਾ ਨਹੀਂ ਪੈਦਾ ਹੁੰਦਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਕਿਹਨਾਂ ਦੇ ਬਸਿਆ ਜੀ? ਜਿਨ੍ਹਾਂ ਦਾ ਹਿਰਦਾ ਕੋਮਲ ਸੀ, ਜਿਨ੍ਹਾਂ ਨੂੰ ਫੀਲਿੰਗ ਸੀ ਦੁੱਖ ਦੀ, ਕਰੁਣਾ ਦੀ, ਵੈਰਾਗ ਦੀ, ਜਿਨ੍ਹਾਂ ਦੇ ਅੰਦਰ ਫੀਲਿੰਗ ਸੀ, ਉਹ ਤੇ ਉਹਨਾਂ ਦੇ ਤੇ ਹਿਰਦੇ ਦੇ ਵਿੱਚ ਰਤਨ ਨਾਮ ਬਸ ਗਿਆ। ਜਿਵੇਂ ਮਿੱਟੀ ਵਿੱਚ ਬੀਜ ਪਾਇਆ, ਚਟਾਨਾਂ 'ਚ ਕਿੱਥੋਂ ਉੱਗੇਗਾ ਜੀ? ਜਿੱਥੇ ਕੋਮਲਤਾ ਉੱਥੇ ਉੱਗੇਗਾ ਨਾ। ਇਸੇ ਤਰ੍ਹਾਂ ਭਾਈ ਹਿਰਦਾ ਹੈ ਕੋਮਲਤਾ ਦਾ ਨਾਂ, ਹਿਰਦਾ ਹੈ ਇਨਸਾਨੀ ਮਹਿਸੂਸ ਕਰਨ ਦੀ ਫਿਤਰਤ ਦਾ ਨਾਂ। ਧੁਰ ਅੰਦਰ ਇਨਸਾਨੀ ਕੇਂਦਰ ਕਹਿ ਲਵਾਂ ਮੈਂ, ਮਨੁੱਖ ਦੇ ਅੰਤਸ਼ਕਰਨ ਦੇ ਅੰਦਰ। ਬਾਣੀ ਦਾ ਇੱਕ ਬਚਨ ਚੇਤੇ ਆਉਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਉਹਦੇ ਹਿਰਦੇ 'ਚ ਕਰੁਣਾ ਹੁੰਦੀ ਹੈ, ਤੇ ਉੱਥੇ ਕੁਝ ਬੂਟਾ ਉੱਗਣ ਦੀ ਆਸ ਹੁੰਦੀ ਹੈ। ਕਿੰਨੀ ਜ਼ਮੀਨ ਹੈ ਜੀ? ਸਾਰੀ ਜ਼ਮੀਨ ਤੇ ਫਸਲ ਤੇ ਨਹੀਂ ਹੁੰਦੀ। ਕਿੰਨੀ ਧਰਤੀ ਹੈ? ਸਾਰੀ ਧਰਤੀ ਤੇ ਫਸਲ ਨਹੀਂ। ਪੰਜਾਬ ਦੀ ਧਰਤੀ ਉਪਜਾਊ ਹੈ, ਬਾਹਰ ਕਿੰਨੀ ਧਰਤੀ ਹੈ ਜੀ? ਖਾਸ ਧਰਤੀ ਤੇ ਫਸਲ ਹੁੰਦੀ ਹੈ ਨਾ। ਇਸੇ ਤਰ੍ਹਾਂ ਹੀ ਧਰਤੀ ਵਾਂਗ ਹਿਰਦੇ ਨੇ। ਸਾਰੀ ਧਰਤੀ, ਸਾਰੇ ਹਿਰਦਿਆਂ 'ਚ ਧਰਮ ਦਾ ਬੀਜ ਨਹੀਂ ਫਲਦਾ ਸਾਧ ਸੰਗਤ ਜੀ।
ਉਹ ਹਿਰਦਿਆਂ ਨੂੰ ਜਿਵੇਂ ਖੇਤ ਨੂੰ ਤਿਆਰ ਕਰਨਾ ਪੈਂਦਾ। ਸਾਡੇ ਬਜ਼ੁਰਗਾਂ ਨੇ ਕੀ ਕੀਤਾ, ਆ ਬੰਜਰ ਪੁੱਟ ਕੇ ਧਰਤੀ ਤਿਆਰ ਕੀਤੀ। ਮੱਧ ਪ੍ਰਦੇਸ਼ ਦੇ, ਯੂਪੀ ਦੇ ਬੰਜਰ ਪੁੱਟੀ ਜ਼ਮੀਨਾਂ, ਪਥਰੀਲੀਆਂ ਜ਼ਮੀਨਾਂ ਨੂੰ ਕੋਮਲ ਕੀਤਾ ਤੇ ਧਰਤੀ ਤਿਆਰ ਹੋ ਗਈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅੰਤਸ਼ਕਰ ਤਿਆਰ ਕਰਨਾ, ਹਿਰਦਾ ਤਿਆਰ ਕਰਨਾ। ਪਰ ਮਨਮੁਖ ਦਾ ਹਿਰਦਾ ਪੱਥਰ ਵਰਗਾ, ਮਨਮੁਖ ਹੀਰਾ ਅਤ ਕਠੋਰ, ਅਤ ਕਠੋਰ ਹੈ ਮਨਮੁਖ ਹੀਰਾ। ਤਿੰਨ ਅੰਤਰ ਕਾਰ ਕਰੀਠਾ। ਆ ਬਚਨ ਥੋੜਾ ਧਿਆਨ ਨਾਲ ਸੁਣਿਓ ਜੀ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ। ਤੇ ਜਦੋਂ ਮੈਂ ਆਪਣੇ ਵੱਲ ਵੇਖਿਆ ਵੀ ਹੇ ਸੱਚੇ ਪਾਤਸ਼ਾਹ ਅਜੇ ਨਹੀਂ ਬੂਟਾ ਉੱਗਿਆ, ਅਜੇ ਮੇਰਾ ਹਿਰਦਾ ਕੋਮਲ ਨਹੀਂ ਹੋਇਆ, ਅਜੇ ਫਲ ਨਹੀਂ ਲੱਗਿਆ, ਫਲ ਨਹੀਂ ਲੱਗਿਆ ਤੇ ਰਸ ਨਹੀਂ ਖਾ ਸਕਾਂਗਾ। ਉਹ ਰਸ ਤੱਕ ਤਾਂ ਪਹੁੰਚਾਂਗਾ ਜੇ ਬੂਟਾ ਲੱਗੇਗਾ, ਅੰਕਰ ਫੁੱਟਣਗੇ, ਫਲ ਲੱਗੇਗਾ, ਫਿਰ ਮੈਂ ਰਸ ਪੀਆਂਗਾ। ਅਜੇ ਨਹੀਂ ਇਹ ਗੱਲ ਬਣੀ ਜੀ। ਤੇ ਗੁਰੂ ਸਾਹਿਬ ਨੇ ਐ ਸ਼ੀਸ਼ਾ ਦਿਖਾਇਆ, ਕਹਿੰਦੇ ਪਤਾ ਕਿਉਂ ਨਹੀਂ ਬਣੀ? ਤੇਰੀ ਜ਼ਿੰਦਗੀ ਗੁਰੂ ਦੇ ਆਸ਼ੇ ਅਨੁਸਾਰ ਨਹੀਂ ਚੱਲੀ। ਅਜੇ ਤੂੰ ਦੁੱਧ ਵਿੱਚ ਪਾਣੀ ਪਾਉਂਦਾ, ਪਾਣੀ ਨਹੀਂ ਪਾਉਂਦਾ, ਦੁੱਧ ਹੀ ਸਿੰਥੈਟਿਕ ਬਣਾਉਂਦਾ। ਅਜੇ ਤੂੰ ਸੌਦਾ ਵੇਚਣ ਲੱਗਿਆ ਬੇਈਮਾਨੀ ਕਰਦਾ। ਅਜੇ ਤੂੰ ਦਫ਼ਤਰ 'ਚ ਬਹਿ ਕੇ ਰਿਸ਼ਵਤ ਲੈਂਦਾ। ਅਜੇ ਤੂੰ ਗੁਰਦੁਆਰੇ ਵਿੱਚ ਬੈਠ ਕੇ ਵੀ ਚੋਰੀ ਦੀ ਬਿਰਤੀ ਰੱਖਦਾ। ਇਸ ਵਾਸਤੇ ਪੱਥਰ ਵਰਗਾ ਹਿਰਦਾ ਅਜੇ ਕਿੱਥੋਂ ਉੱਗ ਪਏਗਾ ਬਈ? ਮਨਮੁਖ ਹੀਰਾ ਅਤ ਕਠੋਰ ਹੈ, ਤਿੰਨ ਅੰਤਰ ਕਾਰ ਕਰੀਠਾ। ਹੁਣ ਅੰਦਰ ਝਾਤੀ ਤੇ ਗੁਰੂ ਨੇ ਮਾਰੀ ਨਾ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਅੰਦਰ ਕੀ ਹੈ। ਤੇ ਗੁਰੂ ਨੇ ਅੰਦਰ ਵੇਖ ਕੇ ਕੀ ਦੇਖਿਆ? ਕਾਲਾ ਹੈ, ਕਹਿੰਦੇ ਕਾਲਖ ਦਾ ਭਰਿਆ। ਕਾਰ ਕਰੀਠਾ ਮਤਲਬ ਅਤ ਦਾ ਕਾਲਾ ਹੈ, ਅਤ ਕਠੋਰ ਹੈ। ਸਾਡੇ ਕੋਲ ਸਭ ਤੋਂ ਕਠੋਰ ਚੀਜ਼ ਕੀ ਹੈ? ਚਟਾਨਾਂ, ਪੱਥਰ। ਮਾਰੇ ਕਹਿੰਦੇ ਇਹਦੇ ਤੋਂ ਵੀ ਅਤ ਕਠੋਰ ਹੈ। ਮਨਮੁਖ ਹੀਰਾ ਅਤ ਕਠੋਰ ਹੈ, ਤਿੰਨ ਅੰਤਰ ਕਾਰ ਕਰੀਠਾ। ਤੇ ਅਗਲਾ ਬਚਨ ਧਿਆਨ ਨਾਲ ਸੁਣਿਓ। ਮੈਂ ਤੇ ਜੀ ਰੋਜ਼ ਗੁਰਦੁਆਰੇ ਆਉਂਦਾ, ਮੈਂ ਕਥਾ ਸੁਣਦਾ ਜਾਂ ਮੈਂ ਕਥਾ ਕਰਦਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਅੰਦਰ ਜ਼ਹਿਰ ਹੈ ਤੇ ਬਾਹਰੋਂ ਦੁੱਧ ਪਾਉਣ ਦਾ ਕੀ ਫਾਇਦਾ ਹੋਣਾ? ਜਿਉ ਬਿਸੀਅਰ ਕੋ ਬਹੁ दूध ਪਿਆਵੈ। ਮਨਮੁਖ ਹੀਰਾ ਅਤ ਕਠੋਰ ਹੈ, ਤਿੰਨ ਅੰਤਰ ਕਾਰ ਕਰੀਠਾ। ਜਿਉ ਬਿਸੀਅਰ ਕੋ ਬਹੁ दूध ਪਿਆਵੈ। ਬਿਸੀਅਰ ਫਨੀਅਰ ਸੱਪ, ਕੋਬਰਾ ਸੱਪ, ਤੇ ਉਹਨੂੰ ਦੁੱਧ ਪਿਆਈ ਗਏ ਜੀ ਬਿਸੀਅਰ ਨੂੰ। ਬਿਸ ਅੰਤਰ ਫੋਲ ਫਲੀਠਾ। ਜਦੋਂ ਉਹਨੂੰ ਫੋਲ ਕੇ ਵੇਖਿਆ, ਉਹਦਾ ਵਿਸ਼ਲੇਸ਼ਣ ਕੀਤਾ, ਤੇ ਅੰਦਰੋਂ ਕੀ ਨਿਕਲਿਆ ਜੀ? ਉਸ ਬਿਸੀਅਰ ਦਿਓ ਜ਼ਹਿਰ ਨਿਕਲਿਆ। ਤੇ ਅਸੀਂ ਕਹੀਏ ਅਸੀਂ ਤੇ ਦੁੱਧ ਪਿਆਂਦੇ ਸੀ ਇਹਨੂੰ। ਮਨਮੁਖ ਦਾ ਹਿਰਦਾ ਸੱਪ ਵਰਗਾ ਹੈ ਜੀ। ਜਿਵੇਂ ਸੱਪ ਨੂੰ ਦੁੱਧ ਪਿਆਈ ਜਾਵੋ, ਉਹਦੇ ਅੰਦਰ ਦਾ ਜ਼ਹਿਰ ਨਹੀਂ ਮਰਦਾ, ਇਸੇ ਤਰ੍ਹਾਂ ਮਨਮੁਖ ਨੂੰ ਜਿੱਥੇ ਮਰਜ਼ੀ ਹੀ ਧਰਮ ਕਰਮ, ਤੀਰਥ ਸਰੋਵਰ, ਤਲਾਬ, ਨਦੀ, ਰੁੱਖ, ਪਹਾੜ, ਜਿੱਥੇ ਮਰਜ਼ੀ ਹੀ ਲੈ ਜਾਓ, ਉਹਦੇ ਅੰਦਰ ਫਸਲ ਨਹੀਂ ਉੱਗਦੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਹੁਣ ਪਹਿਲਾਂ ਵੇਖ ਵੀ ਹੀਰਾ ਤਿਆਰ ਹੋ ਗਿਆ ਵਸਣ ਵਾਸਤੇ। ਜੇ ਮਨਮੁਖ ਹੈ ਤੇ ਫਿਰ ਹੀਰੇ ਦਾ ਖੇਤ ਤਿਆਰ ਨਹੀਂ ਹੋਇਆ। ਜੇ ਗੁਰਮੁਖ ਹੈ, ਗੁਰੂ ਦੇ ਕਹੇ ਨੂੰ ਮੰਨਣ ਲੱਗ ਪਿਆ, ਫਿਰ ਖੇਤ ਤਿਆਰ ਹੋ ਗਿਆ। ਰਤਨ ਨਾਮ ਹਰ ਬਸਿਆ। ਤੇ ਫਿਰ ਕੀ ਹੋਇਆ ਜੀ? ਗੁਰ ਹਾਥ ਧਰਿਓ ਮੇਰਾ ਮਾਥਾ। ਗੁਰੂ ਦੇ ਮੱਥੇ ਤੇ ਹੱਥ ਰੱਖਣ ਨੂੰ, ਸਿਰ ਤੇ ਆ ਤਕਦੀਰਾਂ ਬਦਲਣ ਨੂੰ ਤਿਆਰ ਹੈ ਸਾਧ ਸੰਗਤ ਜੀ। ਅਸੀਂ ਗੁਰੂ ਵੱਲ ਮੂੰਹ ਨਹੀਂ ਕਰਨਾ ਚਾਹੁੰਦੇ ਵੀ ਜੇ ਗੁਰੂ ਵੱਲ ਮੂੰਹ ਕੀਤਾ ਤੇ ਮੇਰਾ ਤੇ ਕਾਰੋਬਾਰ ਖਤਮ ਹੋ ਜਾਣਾ ਜੀ, ਜਿਹੜਾ ਮੈਂ ਚਲਾਇਆ ਹੋਇਆ। ਜਿਹੜੀ ਠੱਗੀ, ਧੋਖਾ, ਫਰੇਬ, ਚੋਰੀ, ਇਸ ਵਾਸਤੇ ਸੱਚੀ ਗੱਲ ਇਹ ਹੈ ਵੀ ਮੱਥਾ ਟੇਕਾਂਗੇ, ਪਰ ਜਿਹੜਾ ਤੂੰ ਗਿਆਨ ਰੂਪੀ ਮੱਥੇ ਤੇ ਹੱਥ ਰੱਖਣਾ ਹੈ ਸਾਡੀ ਤਕਦੀਰ ਬਦਲਣ ਲਈ, ਉਹ ਅਸੀਂ ਨਹੀਂ ਰਖਾਉਣਾ ਚਾਹੁੰਦੇ। ਰੋਜ਼ ਪੜ੍ਹਦੇ ਹਾਂ ਵੀ ਹੱਥ ਰੱਖ ਕੇ ਸਾਡੀ ਰਾਖੀ ਕਰੋ, ਹਮਰੀ ਕਰੋ ਹਾਥ ਦਾ। ਗੁਰ ਹਾਥ ਧਰਿਓ ਮੇਰਾ ਮਾਥਾ। ਜਿਨ੍ਹਾਂ ਦੇ ਸਿਰ ਤੇ ਗੁਰੂ ਦਾ ਹੱਥ ਹੈ ਨਾ ਜੀ, ਯਕੀਨ ਕਰਿਓ ਗੁਰਸਿੱਖ ਪਿਆਰਿਓ, ਇਹ ਮਨ ਡੋਲਦਾ ਵੀ ਜੇ ਮੈਂ ਇਸ ਪਾਸੇ ਨੂੰ ਹੋ ਗਿਆ ਤੇ ਇਹ ਇਮਾਨਦਾਰੀ ਨਾਲ ਮੇਰੀ ਕੋਠੀ ਨਹੀਂ ਬਣਨੀ, ਮੇਰੀ ਕਾਰ ਨਹੀਂ ਖਰੀਦੀ ਜਾਣੀ, ਮੇਰਾ ਕਾਰੋਬਾਰ ਨਹੀਂ ਚੱਲਣਾ। ਉਹ ਚਿੰਤਾ ਨਾ ਕਰ, ਜਿੱਦਣ ਗੁਰੂ ਨਾਨਕ ਨੇ ਹੱਥ ਰੱਖ ਦਿੱਤਾ ਤੇਰਾ ਮਨ ਡੋਲਣ ਦੀ ਲੋੜ ਹੀ ਨਹੀਂ ਪੈਣੀ, ਉਹਨੇ ਡੋਲਣ ਹੀ ਨਹੀਂ ਦੇਣਾ। ਤੂੰ ਅਰਦਾਸ ਕਰ, ਤੇਰੇ ਸਿਰ ਤੇ ਹੱਥ ਰੱਖ ਦੇ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ।
हमरी करो हाथ दे रच्छा, पूर्ण होए चित्त की इच्छा, गुर हाथ धरियो मेरा माथा, जन्म जन्म के किल बिख दुख उतरे, गुर नाम दियो ऋण लाथा। हुण ऋण की हुंदा? करजा। करजा चढ़िया जी साडे सिर ते, करजा चढ़िया। इत्थे बहुत लोग होणगे जिहड़े कहण लगे मेरा बैंक बैलेंस बड़ा, मेरे सिर ते काहदा करजा? करजा ते हैगा भाई। करजा उतार लेंगा तो सुख की नींद, चैन की नींद, जिंदगी मान लेंगा, तो जे करजा ना उतरिया कलंक लाएगा। थोड़ी जी बाहर मुखी गल लै लीए साध संगत, अंदर की बात करते। साडे किसान वीर अज सड़कों पर बैठे हुए हैं, क्यों बैठे है जी भला? कुछ करजई ने ते कुछ नूं भविख विच जिहड़ी हालत बननी है उस करजे तो डर आउंदा पिया। ध्यान देना जी, बड़ा डर आउंदा पिया जी। बाहर मुखी करजे की गल चलीए भी कितना खतरनाक हुंदा करजा। घरां दे सुख छड्ड के बाहर रेलवे ट्रैकां दे पत्थरां ते बैठे हुए, बच्चियां समेत बैठे हैं। करजे ने मार दिता है जां मार देना, बड़ा डर हुंदा। पर ये एक बेनती करा, मैं फतेहगढ़ साहब भी एक दिन बेनती की सी, पर उत्थे थोड़ी संगत, थोड़े लोगों तक आवाज़ जाती है, इत्थे आवाज़ बहुत दूर तक जानी। मेरी बेनती नूं मान लियो। तुहाडे चरनां 'च हथ जोड़ के बेनती गुरसिख प्यारिओ, जे बाहरले करजे की भी गल करिए ना, मैनूं इस गल का माण है, मैं सिर झुकांदा किसानां दे जज्बे अगे, तुहाडे सारिआं दे अगे। पहली गल ते ठीक है, असीं जज्बाती जदों हुंदे आ, सानूं गुरु चेते आउंदा, आउणा चाहीदा, पर इस प्रकोप नूं केवल सिखां नाल जोड़ के ना वेखीए। असीं हर लड़ाई नूं अपने गल पाउणा चाहुंदे हां। साडे गल ना पाओ, ये सारे देश वास्ते लड़ाई है। साडे पुत मारन का प्रबंध ना करो जिद्दां दा कीता जा रहा। कुछ लोग इदां दे जज्बाती करके सानूं गुमराह करना चाहुंदे आ। गुरमुख प्यारिओ, हथ बन तुहाडे चरनां 'च अर्ज है, एक जंग ते असीं हुकूमतां नाल लड़ रहे हैं। इस जंग ने सानूं एक भी कीता, तुहाडे 'च दृढ़ता भी बड़ा, बल भी बहुत है। एक जंग साडे अपने नाल भी लड़न वाली है, वो कदों लड़ांगे? कुछ कर्ज दे कारण जिहड़े कल्ले सरकारां नहीं, असीं भी सी। फजूल खर्चे, धीआं दे विआह, बजुर्गां दे मरने परने, किला 2 किले लेखे लग गई। और कादे वास्ते? एक मैं बेनती की सी श्री फतेहगढ़ साहब कि ये गल चेते च रखनी, कदी ना विसारनी, सब तो वड्डा रोग की कहणगे लोग, आ सब तो वड्डी बीमारी है। तुसीं भी सारे कहो सब तो वड्डा रोग, बोलो ना जी, सब तो वड्डा रोग की चंबड़िया सानू, की कहणगे लोग। इस चीज ने मारिया। असीं अपने अंदर भी एक जंग करिए भी भरावो, जिन्ने धरनियां ते बैठे हो आओ प्रण करिए, असीं अपने बापू बेबे दे मरने परने ते खर्चा फजूल नहीं करना। असीं अपनी धी दे विआह ते खर्चा फजूल नहीं करना। असीं पुत्तर दे विआह ते जहर दीआं पेटियां नहीं। गुरु तो बेमुख हो के जदों इस पासे तुरांगे, सादगी छड्ड के नशियां च डुब्बांगे, ते फिर किते असीं भी दोषी आ ना जी। खतरनाक है, डर हुंदा है बाहरले करजे तो। सतगुरु अंदरले करजे की भी गल कर रहे हैं। अंदरला करजा किवें चढ़िया जी? मनमुख कर्ज चढ़िया बिख भारी। हुण किहड़ा करजा चढ़ गया मनमुख ते? जहर वाला करजा चढ़ गया। उतरन का भी कोई चांस है? हाँ, उतरेगा। बाहरों करजा चढ़िया होवे, दिन रात मेहनत कर, संजम विच जू, सादगी का जीवन अपना, मेहनत करेगा, उद्यम करेगा, आहर करेगा, करजा उतर जाएगा। ते जिहड़ा करजा अंदरों चढ़िया उतरै शब्द विचारे। जिदन जिंदगी च शब्द वरतन लग पिया, बेमुख बंदिया तेरे सिर दा करजा उतर जाएगा। हुण साडी मूर्खता पता की है? सानू जिहड़ी रकम मिली, मान लो किसी को रकम मिली, उन्हें करजा लै लिया 5 लाख रुपया, उन्हें 10 लाख रुपया करजा ट्रैक्टर का लै लिया जी, जिन्ना भी मिलता मैनू पता नहीं। हुण वो समझ रहा भी ये रकम नूं मैं हुण उडाउंदा, मैं अपने बिजनेस लई करजा लिया, जां ते उहनूं बिजनेस ते ला लिया करजा, ट्रैक्टर वास्ते लिया करजा, खेती वास्ते। जदों उहनूं फजूल वरत दिता, इन्वैसट नहीं किया, फिर की होएगा जी? फस जांगे असीं। इसे तरह सानू वाहिगुरू जी ने जिहड़ी रकम दिती है वो इन्वैसट करने लई दिती सी। करजा क्यों चढ़िया सानू?
ਕਿਹੜੀ ਰਕਮ ਦਿੱਤੀ ਹੈ ਜੀ ਸਾਨੂੰ? ਰੋਜ਼ ਪੜ੍ਹਦੇ ਹੋ, ਤੂੰ ਠਾਕੁਰ ਤੁਮ ਪਹਿ ਅਰਦਾਸ, ਤੇ ਅੱਗੇ ਕੀ ਕਹਿੰਦੇ ਆ ਜੀ? ਜੀਓ ਪਿੰਡ ਸਭ, ਗੱਜ ਕੇ ਕਹੋ ਜੀਓ ਪਿੰਡ ਸਭ ਤੇਰੀ ਰਾਸ। ਰਾਸ ਕੀ ਹੈ? ਰਕਮ। ਸਾਨੂੰ ਜੀੜਾ ਤੇ ਸਰੀਰ ਜਿਹੜਾ ਹੈ ਇਹ ਰਕਮ ਦਿੱਤੀ ਹੈ ਵੀ ਇਹ ਤੈਨੂੰ 50 ਸਾਲ ਲਈ, 60 ਸਾਲ ਲਈ, 70 ਸਾਲ ਲਈ ਦਿੱਤੀ ਹੈ, ਤੇ ਤੂੰ ਇਹਨੂੰ ਇਨਵੈਸਟ ਕਰਕੇ ਚੰਗੀ ਕਮਾਈ ਕਰ। ਇਸ ਸਰੀਰ ਨਾਲ, ਅੱਖਾਂ ਨਾਲ, ਹੱਥ ਨਾਲ, ਜ਼ੁਬਾਨ ਨਾਲ, ਇਸ ਜੀੜੇ ਨਾਲ, ਸੋਚ ਨਾਲ ਚੰਗੀ ਕਮਾਈ ਕਰ। ਰਕਮ ਮੈਨੂੰ ਦੇ ਦੀ, ਪ੍ਰੋਫਿਟ ਤੇਰੀ। ਤੇ ਅਸੀਂ ਉਹ ਟਰੈਕਟਰ ਦੇ ਕਰਜ਼ੇ ਵਾਂਗੂ ਇਹਨੂੰ ਐਸ਼ਾਂ 'ਚ ਲੁਟਾ ਦਿੱਤਾ। ਸੁੱਤੇ ਆਰਾਮ ਨਾਲ ਰੱਜ ਰੱਜ ਕੇ ਭੋਗ ਭੋਗੇ, ਤੇ ਜੋ ਕਮਾਉਣਾ ਸੀ ਉਹ ਕਮਾਇਆ ਹੀ ਨਹੀਂ। ਮਨਮੁਖ ਕਰਜ਼ ਚੜਿਆ, ਬਿਖ ਭਾਰੀ, ਉਤਰੈ ਸ਼ਬਦ ਵਿਚਾਰੇ। ਗੁਰਨਾਮ ਦਿਓ ਰਿਣ ਲਾਥਾ। ਸਾਡਾ ਕਰਜ਼ਾ ਉਤਰ ਜਾਏਗਾ ਜੀ। ਇੱਕ ਬਚਨ ਹੋਰ ਆਉਂਦਾ ਬਾਣੀ 'ਚ ਬੜਾ ਪਿਆਰਾ, ਜੀ ਜੰਤ ਸੋ ਪ੍ਰਸੰਨ ਭਏ। ਸਾਰੇ ਪਾਸੇ ਖੁਸ਼ੀ ਪਸਰ ਗਈ ਜੀ, ਖੁਸ਼ੀ ਹੋ ਗਈ ਸਾਰੇ ਪਾਸੇ। ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ, ਜੀ ਜੰਤ ਸੋ ਪ੍ਰਸੰਨ ਭਏ ਪੇਖ ਪ੍ਰਭ ਪ੍ਰਤਾਪ। ਕਰਜ਼ ਉਤਾਰਿਆ ਸਤਿਗੁਰੂ। ਜੇ ਚਾਹੁੰਦੇ ਹੋ ਨਾ ਵੀ ਕਰਜ਼ਾ ਉਤਰੇ, ਤੇ ਗੁਰਸਿੱਖੋ, ਗੁਰੂ ਦੇ ਲੜ ਲੱਗੋ, ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਸੱਚੀ ਸੁੱਚੀ ਕਿਰਤ ਕਮਾਈ ਕਰੋ, ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖੋ, ਹਿਰਦੇ ਨੂੰ ਸ਼ੁੱਧ ਕਰੀਏ, ਸੋਚ ਨੂੰ। ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ। ਪਰ ਇੱਕ ਗੱਲ ਚੇਤੇ 'ਚ ਰੱਖਿਓ, ਕਰਜ਼ ਆਹਰ ਨਾਲ ਉਤਰਨਾ, ਆਹਰ ਛੱਡ ਕੇ ਕਰਜ਼ ਨਹੀਂ ਉਤਰਨਾ। ਭਾਵੇਂ ਉਹ ਰੋਜੀ ਕਮਾਉਣ ਦਾ ਆਹਰ ਹੈ, ਬਾਹਰਲਾ ਕਰਜ਼ ਹੈ, ਭਾਵੇਂ ਆਤਮਿਕ ਕਮਾਈ ਕਰਨ ਦਾ ਆਹਰ, ਤੇ ਕਰਨਾ ਪੈਣਾ। ਹੁਣ ਆਹਰ ਕਰਨ ਲਈ ਤੇ ਬੜਾ ਐਕਸਪਰਟ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੁੱਝੈ ਕੋਏ। ਉਦਮੀ ਬਣ, ਆਹਰ ਕਰ, ਇਹਨਾਂ ਹੱਥਾਂ ਨਾਲ ਕਾਰ ਕਮਾ। ਜੋ ਵੀ ਤੈਨੂੰ ਕਿਰਿਆਸ਼ੀਲ ਹੋਣ ਲਈ, ਕਰਮਸ਼ੀਲ ਹੋਣ ਲਈ ਦਿੱਤੇ ਹੈ ਮਹਾਰਾਜ ਨੇ, ਇਹਨੂੰ ਵਰਤ, ਆਹਰ ਕਰ ਮਿੱਤਰਾ। ਫਿਰ ਤੇਰਾ ਕਰਜ਼ਾ ਉਤਰ ਜਾਏਗਾ, ਸੁਰਖਰੂ ਹੋਏਗਾ, ਲਟਕ ਹੋਏਗਾ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਨਾਨਕ ਕਿਆ ਵਿਚਾਰਾ, ਤੇਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ। ਅੱਗੇ ਕੀ ਜੀ? ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਕੁੱਲ ਨੂੰ ਕਰਜ਼ਾ ਨਾ ਦੇ ਕੇ ਜਾਈ, ਨਾਲ ਕੁੱਲਾਂ ਵੀ ਤਾਰ ਜਾ। ਗੁਰਨਾਮ ਦਿਓ ਰਿਣ ਲਾਥਾ, ਮੇਰਾ ਕਰਜ਼ਾ ਉਤਰ ਗਿਆ। ਫਿਰ ਉਹ ਰਹਾਉ ਦੀ ਪੰਕਤੀ ਤੁਸੀਂ ਸੁਣੀ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰਾ ਹਰ ਨਾਮ ਦਰੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਨਹੀਂ ਤੇ ਬਿਅਰਥ ਹੈ ਤੇਰਾ ਜੀਵਨ। ਅਗਲਾ ਬਚਨ ਰਹਾਉ ਤੋਂ ਅੱਗੇ। ਹਾਂਜੀ, ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਾਰਣ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਫਾਥਾ ਦਾ ਅਰਥ ਹੈ ਫਸਿਆ ਹੋਇਆ। ਕਿਉਂ ਫਸਿਆ ਹੋਇਆ? ਕਿ ਮੂਰਖ ਗੁਰੂ ਦੇ ਅਨੁਸਾਰ ਨਹੀਂ ਚੱਲਿਆ, ਚੰਗਾ ਬਿਜ਼ਨਸ ਨਹੀਂ ਕੀਤਾ। ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲਿਆ ਹੱਟ ਹੋਆ ਵਪਾਰ, ਜੋ ਦਿਸੈ ਸੋ ਚੱਲਣ ਹਾਰ। ਇਹ ਦੋ ਦੀਵੇ ਨੇ, ਸੂਰਜ ਤੇ ਚੰਦਰਮਾ। ਸਾਰੀ ਧਰਤੀ ਇਹ ਦੁਕਾਨ ਹੈ, ਬਾਜ਼ਾਰ ਹੈ। ਅਸੀਂ ਸਾਰੇ ਬਾਣੀਏ ਹਾਂ। ਇਹ ਕਿਸੇ ਬਰਾਦਰੀ ਦਾ, ਜਾਤ ਦਾ ਨਾਂ ਨਹੀਂ ਹੈ। ਕਦੀ ਮਾਰੇ ਕਹਿੰਦੇ ਤੁਸੀਂ ਸਾਰੇ ਕਿਰਸਾਨ ਹੋ, ਮਨ ਹਾਲੀ ਕਿਰਸਾਨੀ ਕਰਨੀ। ਕਦੀ ਕਹਿੰਦੇ ਤੁਸੀਂ ਸਾਰੇ ਬਾਣੀਏ ਹੋ, ਸਾਰੇ ਵਪਾਰੀ ਹੋ, ਸੁਣ ਸਾਤ ਸੌਦਾਗਰੀ, 7 ਘੋੜੇ ਲੈ ਚੱਲ। ਅਸੀਂ ਤੇ ਕਿੱਤਿਆਂ ਵਿੱਚ ਹੀ ਵੰਡ ਕੇ, ਕਿਉਂਕਿ ਨਫ਼ਰਤ ਬੜੀ ਸੀ ਨਾ ਸਾਡੇ ਅੰਦਰ, ਤੇ ਕਿੱਤਿਆਂ ਵਿੱਚ ਹੀ ਇਨਸਾਨਾਂ ਨੂੰ ਵੰਡ ਲਿਆ ਸੀ। ਨੀਚ ਕਹਿ ਲਿਆ, ਕਿਸੇ ਨੂੰ ਉੱਚ ਕਹਿ ਲਿਆ। ਅਸੀਂ ਸਭ ਵਪਾਰ ਕਰਨ ਵਾਸਤੇ ਆਏ ਹਾਂ। ਜੇ ਤੇ ਭਾਈ ਗੁਰੂ ਦੇ ਕਹੇ ਅਨੁਸਾਰ ਕਰੀ ਜਾਏਗਾ ਤੇ ਸੁਰਖਰੂ ਹੋਏਗਾ, ਨਹੀਂ ਤੇ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਫਸਿਆ ਹੋਇਆ, ਫਿਰ ਕਰਜ਼ਾ ਕਿੱਥੋਂ ਉਤਰਨਾ? ਮੋਹ ਵਿੱਚ ਤੇ ਮਾਇਆ 'ਚ ਫਸਿਆ। ਗੁਰੂ ਚੇਤੇ ਨਹੀਂ ਹੈ, ਬਹੁਤ ਬੁਰੀ ਤਰ੍ਹਾਂ ਟੁੱਟਿਆ ਹੋਇਆ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਨਾ ਉਹ ਸੰਗਤ 'ਚ ਆਇਆ ਕਦੀ, ਨਾ ਗੁਰੂ ਚੇਤੇ ਆਇਆ। ਤਿੰਨ ਸਭ ਜਨਮ ਅਕਾਥਾ, ਸਾਰਾ ਜੀਵਨ ਵਿਅਰਥ ਗਵਾ ਦਿੱਤਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ।
मोकौ कीजै दास दास दासन को हर दया धार जगन्नाथा। जिन्हें गुरु उपदेश दृढ़ करके गुरु नूं दे चरनी लगा ना, गुरु उपदेश दृढ़ करके तिन सफल हो जन्म, वो खसम वाला है, ਉਹਦਾ जीवन सफल है, ਉਹਨੇ ਤੇ ਸਕਾਰਥ कर लिया। ਤੇ ਜੇ ਸਾਨੂੰ ਇੰਨੀ ਸਮਝ नहीं आई गुरु ਦੇ ਚਰਨੀ ਲੱਗਣ ਦੀ, ਫਿਰ ਅਕਾਥਾ, ਤੇ ਜੇ ਗੁਰੂ ਦੇ ਚਰਨੀ ਲੱਗ ਗਏ ਫਿਰ ਸਨਾਥਾ ਜੀ। ਹੁਣ ਹੱਥ ਤੁਹਾਡੇ ਆ ਸਾਰਾ, ਵੀ ਕਿੱਧਰ ਜੁੜਨਾ ਤੇ ਕਿੱਧਰੋਂ ਤੋੜਨੀ ਹੈ। हे ਮਾਲਕ ਜੀ ਮੈਨੂੰ ਸਤ ਸੰਗਤ ਬਖਸ਼ੋ, ਭਾਵੇਂ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਮੋਕੋ ਕੀਜੈ ਦਾਸ ਦਾਸ ਦਾਸਨ ਕੋ। हे ਜਗਤ ਦੇ ਉੱਤੇ ਕਿਰਪਾ ਕਰਨ ਵਾਲੇ ਜੀ, ਮੈਨੂੰ ਇਦਾਂ ਚਰਨਾਂ ਨਾਲ ਜੋੜ ਕੇ ਰੱਖੋ ਕਿ ਮਨ ਨੀਵਾਂ ਹੋਵੇ। ਮੈਂ ਚੌਧਰੀ ਬਣ ਕੇ ਨਾ ਆਵਾਂ, मैं सेवकां दा सेवक बन के आवां। हम अंधुले ज्ञानहीन अज्ञानी, क्यों चालह मार्ग पंथा। हम अंधुले कहो गुर अंचल दीजै, जन नानक चलह मिलंथा। ना ज्ञानी हाँ, ना समझ है, ना कुछ बहुत दूर दृष्टि है, आत्मक तौर पर ज्ञान भी होने अन्ने आ। पर हे मालिक जी अपना पल्ला फड़ाओ ताकि पिछे पिछे लग के ये अन्ना भी तेरे मगर तुर के मंजिल ते पहुंच जाए। सो कर्ज माड़ा है, ये उतर जाए। सकाथा करिए, अकाथा ना करिए। जीवन एक एक पल वाहिगुरु करे लेखे च लगे सफल होवे। धन गुरु रामदास महाराज जी ने आहर किया, किरत दा भी ते आत्मक भी सानू करके दसिया। ते दसिया भी भाई जिन्हों लोग कहते ना रुलते फिरते कोई बात ना पूछता, वो वेखो किड्डे पातशाह बनते। बैठा सोढ़ी पातशाह रामदास सतगुरु कहावै, कर्ज उतरदे ही नहीं, दूजियां दे भी कर्ज उतार दिंदे। फिर मेरे पातशाह कदी सोमन शाह नूं पुछ के वेखियो, जिन्होंने कहा सोमन शाह फकीर, सोमन शाह गुरु का शाह, बेपरवाह। इदां महाराज जी चिंता तो मुक्त कर दे जी, बेपरवाह कर दे। गुरु कर्ज उतारे, संसारी भी उतार दे। भी अरदास करिए, साडे वीर बड़े पीड़ित ने, एवें नहीं रस्से गलां च पैंदे, फाहे लै लैके जाना गवांदे। आत्मक भी उतर जान, पर उतरनगे दोनों ही तां जे गुरु वाले पासे मूँह करांगे। सारियां दा धन्नवाद जी, असीस दिओ, मेरियां भुल्लां बख्शणियां, अरजोई करनी साहिब जोड़ के रखण। वाहिगुरू जी का खालसा, वाहिगुरू जी की फतेह। हम अंधुले ज्ञानहीन अज्ञानी, क्यों चालह मार्ग पंथा। हम अंधुले कहो गुर अंचल दीजै, जन नानक चलह मिलंथा। वाहिगुरू जी का खालसा, वाहिगुरू जी की फतेह।